ਸੋ ਜਨਮ ਨੂੰ ਸਫਲਾ ਕਰਦੇ ਹੋਏ ਜੋ ਸਤਿਗੁਰਾਂ ਨੇ ਪਾਵਨ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਸ ਦੇ ਵਿਚਾਰ ਵਿੱਚ ਆਪਾਂ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਬੈਠਣਾ ਹੈ। ਹੁਕਮਨਾਮਾ ਜੋ ਹੁੰਦਾ ਹੈ, ਆਪ ਜੀ ਨੂੰ ਪਤਾ ਹੈ, ਪੁਰਾਤਨ ਸਮੇਂ ਤੋਂ ਅਸੀਂ ਸਮੂਹ ਸੰਗਤਾਂ ਗੁਰੂ ਦੇ ਸਿੱਖਾਂ ਔਰ ਸਤਿਗੁਰੂ ਮਹਾਰਾਜ ਸਾਨੂੰ ਜਦੋਂ ਹੁਕਮ ਕਰਦੇ ਆ, ਸਾਡੇ ਭਲੇ ਵਾਸਤੇ ਕਰਦੇ ਆ, ਸਾਡੇ ਜੀਵਨ ਵਾਸਤੇ ਕਰਦੇ ਆ। ਤੇ ਆਦਿ ਕਾਲ ਤੋਂ ਸਤਿਗੁਰੂ ਜਦੋਂ ਸਰੀਰਾਂ ਵਿੱਚ ਵਿਚਰਦੇ ਸੀ, ਉਦੋਂ ਵੀ ਹੁਕਮਨਾਮੇ ਭੇਜਦੇ ਰਹੇ ਆ। ਕਿਧਰੇ ਮੁਲਤਾਨ ਦੀ ਸੰਗਤ ਨੂੰ, ਕਿਧਰੇ ਲਾਹੌਰ ਦੀ ਸੰਗਤ ਨੂੰ, ਕਿਧਰੇ ਦੁਆਪਰ ਦੀ ਸੰਗਤ ਨੂੰ, ਦੂਰ ਦੂਰ ਤੱਕ ਜਿੱਥੇ ਸਿੱਖ ਬੈਠੇ ਹੁੰਦੇ ਆ, ਹੁਕਮ ਸਤਿਗੁਰੂ ਭੇਜਦੇ ਰਹੇ। ਤੇ ਸਤਿਗੁਰੂ ਮਹਾਰਾਜ ਅੱਜ ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ ਸਾਡੇ ਤੇ ਬਖਸ਼ਿਸ਼ ਕਰਦੇ ਆ, ਕਿਉਂਕਿ ਸਤਿਗੁਰੂ ਮਹਾਰਾਜ ਕਿਤੇ ਗਏ ਨਹੀਂ ਆ। 10 ਸਰੂਪ ਜੇ ਭਾਵਨਾ ਰੱਖੋਗੇ, ਪ੍ਰੇਮ ਰੱਖੋਗੇ, ਸ਼ਰਧਾ ਰੱਖੋਗੇ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦਸਾਂ ਹੀ ਪਾਤਸ਼ਾਹਾਂ ਦੇ ਦਰਸ਼ਨ ਹੋ ਜਾਂਦੇ ਆ। ਤੇ ਬਾਣੀ ਰੂਪ ਹੀ ਸਤਿਗੁਰੂ ਮਹਾਰਾਜ ਹੋ ਗਏ। ਸਰੀਰ ਬਦਲਿਆ ਪਰ ਜੋਤ ਤਾਂ ਉਹੀ ਇੱਕ ਹੀ ਹੈ। ਜਿੱਦਾਂ ਮਹਾਰਾਜ ਕਹਿੰਦੇ ਨਾ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ। ਕਾਇਆ ਪਲਟੀ ਹੈ, ਜੋਤ ਨਹੀਂ ਪਲਟੀ। ਜਿਹੜੀ ਜੋਤ ਪਹਿਲੇ ਸਰੀਰ ਵਿੱਚ ਸੀ, ਉਹੀ 10ਵੇਂ ਸਰੂਪ ਵਿੱਚ ਸੀ। ਉਹ ਗੱਲ ਵੱਖਰੀ ਹੈ ਕਿ ਨਾ ਤੇ ਆਪਾਂ ਸਿੱਖਾਂ ਨੇ ਪਹਿਚਾਨਿਆ ਤੇ ਨਾ ਅਸੀਂ ਕਿਸੇ ਹੋਰ ਨੂੰ ਦੱਸ ਸਕਦੇ। ਸਿੱਖਾਂ ਨੇ ਵੀ ਕਈ ਵਾਰ ਕਹਿ ਦਿੱਤਾ ਹੈ ਕਿ ਗੁਰੂ ਮਹਾਰਾਜ ਜੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਉਹ ਤਾਂ ਬੜੇ ਠੰਡੇ ਸੁਭਾਅ ਦੇ ਸੀ। ਪਰ ਜਿਨ੍ਹਾਂ ਨੇ ਗੁਰਬਾਣੀ ਨਹੀਂ ਪੜ੍ਹੀ, ਉਹਨਾਂ ਨੂੰ ਕੀ ਪਤਾ ਹੈ ਕਿ ਉਹਨਾਂ ਦੇ ਬਚਨਾਂ ਦੇ ਤੀਰ ਵੀ ਕਿੱਦਾਂ ਲੱਗਦੇ ਸੀ। ਕਹਿੰਦੇ 10ਵੇਂ ਸਰੂਪ ਜਿਹੜੇ ਆ ਉਹ ਬੜੇ ਬੀਰ ਰਸ ਵਿੱਚ ਰਹਿੰਦੇ ਸੀ। ਮਾਫ ਕਰਿਓ, ਕਈ ਐਸੇ ਡੇਰੇਦਾਰ ਵੀ ਹੈ ਜਿਨ੍ਹਾਂ ਨੇ ਸਿੱਖ ਧਰਮ ਨੂੰ ਬਹੁਤ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ। ਉਹਨਾਂ ਨੇ ਉਸ ਤੱਕ ਕੀਤਾ ਸਾਜ਼ਿਸ਼ਾਂ ਘੜੀਆਂ ਸਾਡੇ ਸਿੱਖਾਂ ਵਾਸਤੇ, ਕਿਉਂਕਿ ਭੋਲੇ ਭਾਲੇ ਲੋਕ ਲੱਗ ਜਾਂਦੇ ਆ ਮਗਰ। ਕਿਉਂਕਿ ਅੱਜ ਗਿਆਨ ਦੀ ਕਮੀ ਹੈ ਸੰਸਾਰ ਵਿੱਚ। ਬਾਹਰੀ ਗਿਆਨ ਤੇ ਬਹੁਤ ਹੈ, ਪਰ ਜੋ ਅਧਿਆਤਮਿਕ ਗਿਆਨ ਹੈ ਨਾ, ਉਹਦੀ ਕਮੀ ਹੈ, ਜਿਹਦੇ ਕਰਕੇ ਜਣਾ ਖਣਾ ਨਾ ਸਿੱਖ ਧਰਮ ਦੀ ਉਂਗਲ ਵਿੱਚ ਚੁੱਕ ਲੈਂਦਾ ਹੈ। ਉਹ ਕਹਿੰਦੇ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਠੀਕ ਹੈ, 5 ਸਰੂਪਾਂ ਤੱਕ ਤੇ ਠੀਕ ਹੈ, ਪਰ ਉਸ ਤੋਂ ਅੱਗੇ ਅਸੀਂ ਨਹੀਂ ਮੰਨਦੇ। ਤੇ ਜਿਹੜੇ ਉਹਨਾਂ ਕੋਲ ਜਾਂਦੇ ਆ, ਉਹਨਾਂ ਨੂੰ ਮੰਨਦੇ ਆ, ਉਹ ਪਤਾ ਕੀ ਕਹਿੰਦੇ ਆ, ਉਹ ਵੀ ਉਹਨਾਂ ਦੀ ਬੋਲੀ ਬੋਲਦੇ ਆ। ਜਦੋਂ ਤੋਤਾ ਸਿਖਾ ਦਈਏ ਨਾ, ਤੋਤੇ ਨੂੰ ਜਿਹੜੀ ਬੋਲੀ ਸਿਖਾ ਦੋਗੇ ਉਹੀ ਸਿੱਖੇਗਾ। ਪਰ ਹੈਰਾਨਗੀ ਹੈ ਗੁਰਮੁਖੋ, ਜਨਮ ਹੋਇਆ ਤੇ ਸਿੱਖਿਆ ਸੀ ਗੁਰੂ ਘਰ ਨੂੰ ਛੱਡ ਕੇ, ਗੁਰਮਰਿਆਦਾ ਛੱਡ ਕੇ। ਅਸੀਂ ਕਹੇ ਕਿ ਸਾਨੂੰ ਕੋਈ ਦੂਜਾ ਸਿੱਖਿਆ ਦੇ ਦੇ, ਕਦੇ ਹੋ ਸਕਦਾ ਹੈ? ਸਿੱਖਾਂ ਦੀ ਇਹ ਗੱਲ ਸਮਝ ਨਹੀਂ ਆਉਂਦੀ। ਜੇ ਤੁਸੀਂ ਗੁਰੂ ਦੀ ਸਿੱਖੀ ਜਾਣਨੀ ਹੈ, ਉਹ ਗੁਰੂ ਘਰੋਂ ਹੀ ਜਾਣੀ ਜਾ ਸਕਦੀ ਹੈ, ਬਾਹਰੋਂ ਨਹੀਂ ਤੁਸੀਂ ਜਾਣ ਸਕਦੇ। ਜਿਹੜੇ ਬਾਹਰੋਂ ਦੱਸਣਗੇ ਨਾ, ਉਹਨਾਂ ਨੇ ਆਪਣਾ ਮਿਲਗੋਭਾ ਕਰਕੇ ਆਪਣਾ ਕਾਰੋਬਾਰ ਚਲਾਉਣ ਵਾਸਤੇ, ਆਪਣੇ ਡੇਰੇ ਚਲਾਉਣ ਵਾਸਤੇ ਉਹਨਾਂ ਸਭ ਕੁਝ ਕਰਨਾ ਹੁੰਦਾ ਹੈ। ਪਰ ਗੁਰਮੁਖੋ ਸਾਵਧਾਨ ਹੋ ਜਾਓ, ਕਲਯੁਗ ਹੈ। ਸਿੱਖੀ ਵਿੱਚ ਪਰਪੱਕ ਹੋਈਏ, ਗੁਰੂ ਦੇ ਬਚਨਾਂ ਨੂੰ ਆਪ ਪੜ੍ਹੀਏ, ਸਮਝੀਏ, ਗੁਰਮਰਿਆਦਾ ਅਨੁਸਾਰ ਆਪ ਗੁਰੂ ਕੋਲ ਬੈਠਿਆ ਕਰੀਏ, ਤਾਂ ਕਿ ਸਾਨੂੰ ਜਣਾ ਖਣਾ ਆ ਕੇ ਨਾ ਐਵੇਂ ਠੱਗ ਕੇ ਨਾ ਚੱਲ ਜਾ ਕਰੇ। ਪਰ ਜਿਹੜੇ ਸੱਚ ਜਾਣੋ, ਜਿਹੜੇ ਬੜੇ ਸਾਵਧਾਨ ਗੁਰਮੁਖ ਹਨ, ਗੁਰੂ ਦੇ ਸਿੱਖ, ਜਿਹੜੇ ਗੁਰੂ ਦਾ ਪੱਲਾ ਨਹੀਂ ਛੱਡਦੇ। ਗੁਰੂ ਦਾ ਪੱਲਾ ਕੀ ਹੁੰਦਾ ਹੈ? ਗੁਰਬਾਣੀ, ਗੁਰੂ ਮਹਾਰਾਜ ਦੇ ਨਾਲ ਜੁੜੇ ਰਹਿਣ ਵਾਲਾ ਸਿੱਖ ਜਿਹੜਾ ਹੈ ਨਾ, ਉਹਨੇ ਗੁਰਬਾਣੀ ਦਾ ਪੱਲਾ ਫੜਿਆ, ਉਹਨੇ ਗੁਰੂ ਦਾ, ਪਰਮੇਸ਼ਰ ਦਾ ਪੱਲਾ ਫੜਿਆ। ਤੇ ਸੱਚ ਜਾਣੇ ਗੁਰਮੁਖੋ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਨਾ, ਜੇ ਤੁਹਾਡੇ ਅੰਦਰ ਭਾਵਨਾ ਹੈ, ਇੱਕ ਵਾਰ ਜੁੜ ਕੇ ਦੇਖ ਲਓ।
ਤੁਹਾਡੀ ਉਹ ਅਵਸਥਾ ਬਣ ਜਾਏਗੀ ਕਿ ਜਿੱਦਾਂ ਬਚਨ ਹੁੰਦਾ ਨਾ ਗੁਰਬਾਣੀ ਵਿੱਚ, ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਵ। ਉਹਨੂੰ ਕੋਈ ਉਪਦੇਸ਼ ਦੇ ਕੇ ਜਾਊਗਾ ਵੀ ਕਿੱਥੇ? ਉਸ ਸਿੱਖ ਨੂੰ ਜਿਹਦਾ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਹੋਏ, ਗੁਰੂ ਨਾਨਕ ਦੇਵ ਜੀ ਹੋਣ, ਉਹਨੂੰ ਕੋਈ ਉਪਦੇਸ਼ ਦੇ ਕੇ ਚਲਾ ਜਾਵੇ ਕੋਈ? ਪਰ ਸੱਚ ਜਾਣਿਓ, ਸਾਨੂੰ ਅੱਜ ਜਣਾ ਖਣਾ ਹੀ ਉਪਦੇਸ਼ ਦੇਈ ਜਾਂਦਾ ਅੱਜ। ਕਿਉਂ? ਅਸੀਂ ਸਿੱਖ ਨਹੀਂ ਬਣਿਆ ਜੀ ਗੁਰੂ ਦੇ। ਆ ਇੱਕ ਪ੍ਰੋਫੈਸਰ ਸਿੱਖ ਧਰਮ ਵਿੱਚ ਪੈਦਾ ਹੋਏ, ਬੜੀ ਕਿਰਪਾ ਉਹਨਾਂ ਦੀ। ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿੰਦੇ ਗੁਰੂ ਨਾਨਕ ਦੇਵ ਜੀ ਨੂੰ ਮੈਂ ਗੁਰੂ ਨਹੀਂ ਕਹੂੰਗਾ। ਹੈਰਾਨਗੀ ਹੁੰਦੀ ਹੈ ਨਾ। ਕਹਿੰਦੇ ਮੈਂ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਹੀਂ ਕਹੂੰਗਾ। ਕਿਉਂ? ਕਿਉਂਕਿ ਗੁਰੂ ਨੂੰ ਮੈਂ ਕਦੇ ਸੁਣਿਆ ਹੀ ਨਹੀਂ, ਗੁਰੂ ਦੇ ਬਚਨਾਂ ਮੁਤਾਬਕ ਮੈਂ ਕਦੇ ਚੱਲਿਆ ਹੀ ਨਹੀਂ। ਮੈਂ ਫਿਰ ਕਿੱਦਾਂ ਕਹਾਂ ਗੁਰੂ ਨੂੰ ਗੁਰੂ? ਮੈਂ ਗੁਰੂ ਦਾ ਸਿੱਖ ਹੀ ਨਹੀਂ ਬਣਿਆ, ਅਜੇ ਖੰਡੇ ਬਾੜ ਦੇ ਬੋਲ ਨਹੀਂ ਲਈ। ਇੱਥੇ ਵੀ ਗੱਲ ਬੜ ਜਾਂਦੀ ਹੈ। ਫਿਰ ਮੈਂ ਕਿੱਦਾਂ ਕਹਾਂ ਕਿ ਗੁਰੂ ਨਾਨਕ ਦੇਵ ਜੀ ਮੇਰੇ ਗੁਰੂ ਹੈ? ਕਹਿ ਸਕਦੇ ਆਪਾਂ? ਜਿਹਨੇ ਖੰਡੇ ਬਾਟੇ ਦੀ ਪੌੜੀ ਹੀ ਨਹੀਂ ਛਕੀ, ਗੁਰੂ ਮਰਿਆਦਾ ਵਿੱਚ ਨਹੀਂ ਆਇਆ, ਉਹਨੂੰ ਤੁਸੀਂ ਕਿੱਦਾਂ ਕਹੋਗੇ? ਤੇ ਉਹ ਵੀ ਕਿੱਦਾਂ ਕਹੂਗਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਮੈਂ ਸਿੱਖ ਹਾਂ ਗੁਰੂ ਗ੍ਰੰਥ ਸਾਹਿਬ? ਕਵੇਗਾ 100 ਵਾਰ ਕਵੇ, ਉਹਦੇ ਕਹਿਣ ਨਾਲ ਕੁਛ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਨਾਨਕ ਦੇਵ ਜੀ ਨੂੰ ਗੁਰੂ ਕਹਿਣਾ ਹੈ ਨਾ, ਗੁਰੂ ਵਾਲੇ ਬਣਨਾ ਪੈਣਾ ਹੈ। ਇਹ ਮਰਿਆਦਾ ਹੈ। ਪਹਿਲਾਂ ਚਰਨ ਧੋਏ ਰਹਿਰਾਸ ਕਰੋ, ਪਹਿਲਾਂ ਮਰਿਆਦਾ ਹੈ ਸੀ। ਹੁਣ ਮਰਿਆਦਾ ਕੀ ਹੈ? ਹੁਣ ਖੰਡੇ ਬਾਟੇ ਦੀ ਪਾਉਣ। ਅਸੀਂ ਕਹੀਏ ਕਿ ਪੜ੍ਹਾਈ ਵੀ ਕਰਨੀ ਹੈ, +2 ਕਰਨੀ ਹੈ, BA ਕਰਨੀ ਹੈ, MA ਕਰਨੀ ਹੈ, PhD ਕਰਨੀ, ਕੋਈ ਵੀ ਡਿਗਰੀ ਕਰਨੀ, ਡਿਪਲੋਮਾ ਕਰਨਾ ਕੋਈ। ਤੁਸੀਂ ਜਾ ਕੇ ਕਹੋ ਜੀ ਮੈਂ ਦਾਖਲਾ ਤਾਂ ਨਹੀਂ ਲੈਣਾ, ਪਰ ਮੈਂ ਕਰਨੀ PhD ਹੈ। ਤੁਹਾਨੂੰ ਕੋਈ ਵੜਨ ਦੇਗਾ ਕਾਲਜ ਵਿੱਚ, ਯੂਨੀਵਰਸਿਟੀ ਵਿੱਚ? ਤੁਸੀਂ ਕਹੋ ਮੈਂ ਸਿੱਖ ਹਾਂ ਪਰ ਅੰਮ੍ਰਿਤ ਨਹੀਂ ਛਕਣਾ ਚਾਹੁੰਦਾ ਮੈਂ। ਕਿਉਂ? ਕਹਿੰਦੇ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਕੀ ਲੋੜ ਹੈ ਅੰਮ੍ਰਿਤ ਛਕਣ ਦੀ? ਕਿਉਂ? ਮਨ ਮੇਰਾ ਸੁੱਚਾ ਹੈ, ਮੈਂ ਝੂਠ ਨਹੀਂ ਬੋਲਦਾ, ਨਿੰਦਾ ਨਹੀਂ ਕਰਦਾ, ਚੁਗਲੀ ਨਹੀਂ ਕਰਦਾ, ਫਰੇਬ ਨਹੀਂ ਕਰਦਾ। ਬਸ ਕਿਉਂ? ਮੈਂ ਸਭ ਕੁਛ ਨਹੀਂ ਕਰਦਾ, ਮੈਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ। ਫਿਰ ਇਹ ਗੱਲ ਦੱਸੋ ਕਿ 10ਵੇਂ ਪਾਤਸ਼ਾਹ ਕੀ ਝੂਠ ਬੋਲਦੇ ਹੁੰਦੇ ਸੀ? ਉਹ ਨਿੰਦਾ ਕਰਦੇ ਹੁੰਦੇ ਸੀ, ਉਹ ਚੁਗਲੀਆਂ ਕਰਦੇ ਸੀ ਲੋਕਾਂ ਦੀਆਂ, ਉਹ ਸਾਜ਼ਿਸ਼ਾਂ ਘੜਦੇ ਸੀ ਔਰੰਗਜ਼ੇਬ ਬਾਰੇ। ਕੀ ਕਰਦੇ ਸੀ ਉਹ, ਜਿਹਦੇ ਕਰਕੇ ਉਹਨਾਂ ਨੂੰ ਅੰਮ੍ਰਿਤ ਛਕਣਾ ਪਿਆ? ਅਸੀਂ ਜ਼ਿਆਦਾ ਸਿਆਣੇ ਹੋ ਗਏ ਹਾਂ, ਜਿਹਦਾ ਮਤਲਬ 10ਵੇਂ ਪਾਤਸ਼ਾਹ ਸਿਆਣੇ ਘੱਟ ਹੈ। ਗੁਰੂ ਦੇ ਬਚਨ ਗੁਰਮੁਖੋ ਪੱਲੇ ਵਿੱਚ ਬੰਨਿਓ। ਮਹਾਰਾਜ ਕਹਿੰਦੇ ਚਤੁਰਾਈ ਨਾ ਚਤੁਰ ਕੁਝ ਪਾਈਏ। ਇਹ ਮਨ ਦੀਆਂ ਸਿਆਣਪਾਂ ਛੱਡ ਦਈਏ। ਬਹੁਤ ਅਸੀਂ ਭਟਕ ਚੁੱਕੇ ਹਾਂ, ਹੋਰ ਨਾ ਭਟਕੋ। ਸਿੱਖ ਦੀ ਸਿੱਖੀ ਖੰਡੇ ਬਾਟੇ ਦੀ ਪਹੁੰਚ ਤੋਂ ਪ੍ਰਾਰੰਭ ਹੁੰਦੀ ਹੈ ਤੇ ਗੁਰਬਾਣੀ ਦੀ ਵਿਚਾਰ ਤੇ ਸਮਾਪਤ ਹੁੰਦੀ ਹੈ। ਜਦੋਂ ਤੁਸੀਂ ਵਿਚਾਰ ਵਿੱਚ ਆ ਗਏ, ਤੁਸੀਂ ਸਿੱਖ ਬਣ ਗਏ। ਸਿੱਖੀ ਸਿੱਖਿਆ ਗੁਰ ਵਿਚਾਰ। ਤੇ ਸੱਚ ਜਾਣੋ, ਜਦੋਂ ਤੁਸੀਂ ਸਿੱਖੀ ਵਿੱਚ ਆਉਂਦੇ ਹੋ ਨਾ, ਸਿੱਖੀ ਤੋਂ ਸੰਤ ਤੱਕ ਦਾ ਮਾਰਗ ਹੈ। ਸਿੱਖੀ ਤੋਂ ਸੰਤ ਤੱਕ ਦਾ ਮਾਰਗ ਹੈ। ਤੇ ਸੰਤ ਤੱਕ ਦਾ ਮਾਰਗ ਕਿਉਂ ਹੈ? ਕਿਉਂਕਿ ਸਾਨੂੰ ਸੁੱਖ ਮਿਲਣਾ ਉੱਥੇ ਜਾ ਕੇ, ਉੱਥੇ ਜਾ ਕੇ ਆਨੰਦ ਮਿਲਣਾ ਹੈ। ਉੱਥੇ ਜਾ ਕੇ ਸਾਡੀ ਖੱਜਲ ਖੁਆਰੀ ਖਤਮ ਹੋਣੀ ਹੈ, ਉਹ ਤੋਂ ਪਹਿਲਾਂ ਨਹੀਂ ਹੋਣੀ। ਉਸ ਤੋਂ ਪਹਿਲਾਂ ਤੁਸੀਂ ਲੱਖਾਂ ਰੁਪਈਆ ਕਮਾ ਲਓ, ਦੌਲਤ ਸ਼ੋਹਰਤ ਕਮਾ ਲਓ, ਦੁਨੀਆ ਤੇ ਜਿੰਨਾ ਮਰਜ਼ੀ ਨਾਮ ਵਧਾ ਲਓ, ਤੁਹਾਡੀ ਖੱਜਲ ਖੁਆਰੀ ਨਹੀਂ ਖਤਮ ਹੋਣੀ। ਮਹਾਰਾਜ ਕਹਿੰਦੇ ਭੁੱਲ ਜਾਓ। ਇਸ ਕਰਕੇ ਮਹਾਰਾਜ ਕਹਿੰਦੇ ਸਿਆਣਪ ਛੱਡ, ਕੀ ਕਰ? ਗੁਰ ਕੀ ਮਤ ਤੂੰ ਲੇਹ ਆਨੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਉਹ ਸਿਆਣੇ ਡੁੱਬ ਗਏ ਐ। ਹਰਨਾਕਸ਼ੀ ਬੜਾ ਸਿਆਣਾ ਸੀ, ਕੰਸ ਵੀ ਕਹਿੰਦੇ ਬੜਾ ਸਿਆਣਾ ਬਣਦਾ ਸੀ।
ਅਜਾਮਲ ਵਰਗੇ ਡੁੱਬ ਕੇ ਵੇਖੋ, ਉਹ ਵੀ ਬੜੀ ਸਿਆਣਪ, ਕਹਿੰਦੇ ਬੜੇ ਵੇਦ ਸ਼ਾਸਤਰ ਉਪਨਿਸ਼ਦ ਨੂੰ ਯਾਦ ਸੀ, ਕਥਾ ਕਰਦਾ ਹੁੰਦਾ ਸੀ, ਬੜਾ ਚਤਰ ਸੀ ਉਹ ਵੀ, ਪਰ ਡੁੱਬਣ ਲੱਗਿਆ ਉਹਦਾ ਨਹੀਂ ਪਤਾ ਲੱਗਾ। ਇਹ ਤਾਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਸਾਨੂੰ ਡੁੱਬਣ ਤੋਂ ਬਚਾ ਲੈਣ, ਪਰ ਸਿਆਣਪ ਨਹੀਂ ਕੰਮ ਆਉਂਦੀ। ਸਿਆਣਪਾਂ ਕਦੇ ਕੰਮ ਨਹੀਂ ਆਉਂਦਾ, ਬਸ ਇੱਕੋ ਕੰਮ ਆਉਂਦਾ ਜੇ ਗੁਰੂ ਦੀ ਮੱਤ ਤੇ ਚੱਲ ਪਈਏ। ਮੈਂ ਛੱਡ ਦਈਏ, ਤੂੰ ਫੜ ਲਈਏ, ਬਸ ਮੈਂ ਛੱਡਤਾ, ਤੂੰ ਫੜ ਲਿਆ। ਤੂੰ ਕੀ ਹੈ? ਤੂੰ ਕਰਤਾ, ਤੂੰ ਹੁਆ ਮੁਝ ਮੇ ਰਹਾ ਨਾ ਹੋ। ਜਿੱਥੇ ਮੇਰੀ ਹੂੰ ਮੁੱਕ ਗਈ ਹੈ, ਹੂੰ ਹਾਂ, ਬਸ ਇਹੀ ਬੋਲਦੇ ਨਾ ਆਪਾਂ। ਇਹ ਅੰਦਰ ਬੋਲਦਾ ਸਾਡਾ। ਜਿੱਦਣ ਇਹ ਬੋਲਣਾ ਬੰਦ ਹੋ ਗਿਆ ਨਾ, ਉਦੋਂ ਗੁਰੂ ਅੰਦਰੋਂ ਬੋਲਦਾ ਹੈ। ਜਿੱਦਣ ਇਹ ਅੰਦਰੋਂ ਬੋਲਣ ਹਟ ਗਿਆ ਨਾ, ਉਦੋਂ ਗੁਰੂ ਬੋਲੂਗਾ। ਜਦੋਂ ਗੁਰੂ ਬੋਲੂਗਾ ਨਾ, ਉਦੋਂ ਸੱਚ ਜਾਣੇ ਅੰਮ੍ਰਿਤ ਝਰਦਾ ਹੈ। ਫਿਰ ਕਿਸੇ ਨਾਲ ਈਰਖਾ ਨਹੀਂ, ਦੁਬਦਾ ਨਹੀਂ, ਝੂਠ ਨਹੀਂ, ਧੋਖਾ ਨਹੀਂ, ਬੇਈਮਾਨੀ ਨਹੀਂ, ਫਰੇਬੀ ਨਹੀਂ, ਕੁਛ ਵੀ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਆ ਗੁਰੂ ਦੀ ਮੱਤ ਲੈ। ਤੇ ਜਦੋਂ ਗੁਰੂ ਦੀ ਮੱਤ ਵਿੱਚ ਤੁਸੀਂ ਚੱਲੋਗੇ ਨਾ, ਤੇ ਬਸ ਅੱਜ ਦਾ ਜੋ ਪਾਵਨ ਹੁਕਮਨਾਮਾ ਹੈ, ਟੋਡੀ ਮਹੱਲਾ ਪੰਜਵਾ, ਸਤਿਗੁਰੂ ਮਹਾਰਾਜ ਫਰਮਾਨ ਕਰਦੇ ਆ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤੁਹਾਰੀ। ਗੁਰੂ ਮਹਾਰਾਜ ਕਹਿੰਦੇ ਕਿ ਜਦੋਂ ਤੁਸੀਂ ਪ੍ਰਮਾਤਮਾ ਨੂੰ ਭੁੱਲ ਜਾਂਦੇ ਜੋ, ਗੁਰੂ ਨੂੰ ਭੁੱਲ ਜਾਂਦੇ ਜੋ, ਤੁਹਾਡੇ ਅੰਦਰ ਖੁਆਰੀ ਪੈਦਾ ਹੋ ਜਾਂਦੀ ਹੈ। ਤੁਸੀਂ ਖੱਜਲ ਖੁਆਰ ਹੁੰਦੇ ਜੋ। ਖੱਜਲ ਖੁਆਰੀ ਸਾਡੀ ਸ਼ੁਰੂ ਹੀ ਉਦੋਂ ਹੁੰਦੀ ਹੈ ਜਦੋਂ ਅਸੀਂ ਪ੍ਰਮਾਤਮਾ ਨੂੰ ਭੁੱਲੇ। ਮਾਰ ਕਿਸੇ ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ। ਇਹਨੂੰ ਰਾਮ ਕਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਕੱਲਾ ਗੁਰੂ ਨਹੀਂ ਕਹਿਣਾ, ਰਾਮ ਕਹੋ, ਕਿਉਂਕਿ ਪਾਰ ਬ੍ਰਹਮ ਗੁਰ ਨਾਹੀ ਭੇਦ। ਉਹ ਗੁਰੂ ਨੂੰ ਕੱਲਾ ਗੁਰੂ ਕਰਕੇ ਨਾ ਜਾਣੋ ਗੁਰਮੁਖੋ, ਕਦੇ ਮਨ ਵਿੱਚ ਧਾਰ ਕੇ ਵੇਖੋ, ਗੁਰੂ ਨਹੀਂ, ਸਾਡਾ ਪਰਮੇਸ਼ਰ ਹੈ। ਜਾਗਤ ਜੋਤ ਜਪੈ ਨਿਸਬਾਸ, ਕਦੇ ਜਪਿਆ ਪਾ, ਕਦੇ ਗੁਰੂ ਗ੍ਰੰਥ ਸਾਹਿਬ ਨੂੰ ਜਪਿਆ ਪਾ। ਜਪਣਾ ਕੀ ਹੈ? ਜਪਣਾ ਕੀ ਹੈ? ਤੁਹਾਡੀ ਜ਼ੁਬਾਨ ਤੇ ਹਰ ਵਕਤ ਗੁਰੂ ਗੁਰੂ ਹੋਵੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ, ਇਹਨੂੰ ਕਹਿੰਦੇ ਜਪਣਾ। ਤੇ ਜਪਣ ਦਾ ਮਤਲਬ ਹੋਰ ਵੀ ਹੈ। ਗੁਰੂ ਕਵੇ ਖੜਾ ਹੋ ਜਾ ਤੇ ਖੜਾ ਹੋ ਜਾ, ਗੁਰੂ ਕਵੇ ਬੈਠ ਜਾ ਤੇ ਬੈਠ ਜਾ, ਇਹਨੂੰ ਕਹਿੰਦੇ ਆ ਗੁਰੂ ਗੁਰੂ ਜਪਣਾ। ਜਪਿਆ ਸੀ ਨਾ ਬੜੇ ਸਿੱਖਾਂ ਨੇ ਜਪਿਆ। 6ਵੇਂ ਸਰੂਪ ਵਿੱਚ ਵਿਧੀ ਚੰਦ ਜੀ ਨੇ ਜਪਿਆ ਸੀ। ਪਹਿਲੇ ਸਰੂਪ ਵਿੱਚ ਵੀ ਜਪਿਆ ਸੀ ਭਾਈ ਲਹਿਣਾ ਜੀ ਨੇ। ਜਿੰਨਾ ਜਪਿਆ, ਜਿਨ ਹਰ ਜਪਿਆ ਸੇ ਹਰ ਹੋਏ, ਉਹ ਹਰੀ ਦਾ ਰੂਪ ਹੋ ਗਏ, ਉਹ ਪਰਮਾਤਮਾ ਦਾ ਰੂਪ ਹੋ ਗਏ ਗੁਰਮੁਖੋ, ਉਹ ਗੁਰੂ ਦਾ ਹੀ ਰੂਪ ਹੋ ਗਏ। ਆਪਾਂ ਨਹੀਂ ਜਪਿਆ ਜੀ। ਅਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਕਰਕੇ ਮੰਨਿਆ ਹੀ ਨਹੀਂ। ਮੈਨੂੰ 5 ਮਿੰਟ ਗੁਰਮੁਖੋ ਪਹਿਲਾਂ ਦੱਸ ਦਿਓ। ਅਜੇ ਅਸੀਂ ਗੁਰੂ ਨੂੰ ਗੁਰੂ ਕਰਕੇ ਜਪਿਆ ਹੀ ਨਹੀਂ। ਕਿਤੇ ਬਾਣੀ ਨੂੰ ਨਾ ਕਦੇ ਵੀ ਜਦੋਂ ਪੜ੍ਹਦੇ ਹੁੰਦੇ ਜੋ ਨਾ, ਬੰਦਾ ਚੱਟੀ ਨਾ ਕਰਿਆ ਕਰੋ। ਸੁਰਤ ਜੁੜਦੀ ਹੈ ਨਾ, ਜਦੋਂ ਸੁਰਤ ਜੁੜਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਉਸ ਵਕਤ ਭਾਵੇਂ ਸਾਡਾ ਕਰੋੜਾਂ ਦਾ ਬਿਜ਼ਨਸ ਦਾ ਘਾਟਾ ਵੀ ਪੈਂਦਾ ਮਾਰ ਕੇ, ਤਾਂ ਵੀ ਛੱਡੇ ਹੋਣਾ ਖੜਾ। ਧਨ ਗਿਆ ਤਾਂ ਜਾਣਦੇ, ਜਾਣਦੇ ਕਹਿੰਦੇ ਮਹਾਰਾਜ, ਜੇ ਰਾਚੇ ਰੰਗ ਏਕ। ਜੇ ਤੁਸੀਂ ਕਿਤੇ ਬਾਣੀ ਪੜ੍ਹਦਿਆਂ ਰੰਗੇ ਜਾਓ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਉਹ ਸਭ ਕੁਝ ਭੁੱਲ ਜਿਓ। ਉਹ ਕਰੋੜਾਂ ਰੁਪਈਆ ਕੀ ਮਾਇਨੇ ਰੱਖਦਾ ਹੈ, ਅਰਬਾਂ ਖਰਬਾਂ ਕੀ ਰੱਖਦਾ ਹੈ। ਆ ਹੁਣ ਨੈਟਵਰਕ ਦਾ ਜ਼ਮਾਨਾ ਨਾ, ਕ੍ਰਿਪਟੋ ਕਰੰਸੀ ਹੈ ਚੱਲਦੀ। ਉਹਦੇ ਵਿੱਚ ਨਾ ਜਦੋਂ ਜਿਹੜਾ ਉਹ ਪੈਸਾ ਲਾਉਂਦਾ ਨਾ, ਉਹ ਹਰ ਵਕਤ ਧਿਆਨ ਗੱਡੀ ਰੱਖਦਾ ਹੈ, ਹਰ ਵਕਤ, ਕਿ ਪਤਾ ਨਹੀਂ ਉਹ ਮਾਰਕੀਟ ਕਦੋਂ ਅੱਪ ਹੋ ਜਾਣੀ ਆ, ਕਦੋਂ ਨੀਵੀਂ ਹੋ ਜਾਣੀ। ਜਦੋਂ ਨੀਵੀਂ ਹੋ ਗਈ ਬਸ ਉਦੋਂ ਸਵਿਚ ਦੱਬ ਦਿੰਦਾ, ਉਹ ਖਰੀਦ ਲੈਂਦਾ ਸਭ ਕੁਛ, ਧਿਆਨ ਨਹੀਂ ਬਸ ਜਾਣ ਦਿੰਦਾ ਉਹ। ਜਦੋਂ ਮਾਰਕੀਟ ਅੱਪ ਹੁੰਦੀ ਆ ਉਦੋਂ ਵੇਚ ਦਿੰਦਾ ਉਹ, ਕਿਉਂਕਿ ਵਧਣ ਲੱਗਿਆ ਤੇ ਘਟਣ ਲੱਗਿਆ ਸਮਝ ਲੱਗਦਾ।
ਬੜਾ ਸਾਵਧਾਨ ਆ। ਇੱਦਾਂ ਅੱਜ ਕੱਲ੍ਹ ਬਹੁਤ ਕਮਾਈ ਕਰ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਕਦੇ ਆਪਾਂ ਨੇ ਸੋਚਿਆ ਨਾ, ਜਿਹੜੀ ਕਮਾਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਕੇ ਪ੍ਰਾਪਤ ਹੁੰਦੀ ਹੈ ਨਾ, ਕਿ ਮਨ ਸਾਡਾ ਪ੍ਰਫੁੱਲਤ ਹੋ ਜਾਣਾ ਬਾਣੀ ਪੜ੍ਹ ਕੇ, ਇਹ ਤੋਂ ਵੱਡੀ ਕਮਾਈ ਹੋਰ ਕਿਹੜੀ ਹੈ? ਇਹ ਤੋਂ ਵੱਡੀ ਕਮਾਈ ਕੋਈ ਨਹੀਂ ਹੈਗੀ ਹੋਰ। ਕਿਉਂ? ਅਸੀਂ ਲੱਖਾਂ ਕਮਾ ਲਈਏ, ਕਰੋੜਾਂ ਕਮਾ ਲਈਏ, ਦੌਲਤ ਸ਼ੋਹਰਤ ਸਾਡੇ ਕੋਲ ਹੋਵੇ, ਅਸੀਂ ਹੁਕਮਰਾਨ ਹੀ ਬਣ ਜਾਈਏ ਧਰਤੀ ਦੇ, ਪਰ ਹਰ ਬਿਸਰਤ ਸਦਾ ਖੁਆਈ। ਬਿਸਰ ਗਿਆ ਨੂੰ ਪ੍ਰਮਾਤਮਾ, ਭੁੱਲ ਗਿਆ ਸਾਨੂੰ ਪ੍ਰਮਾਤਮਾ, ਰੋਗੀ ਹੋ ਗਏ, ਸੋਗੀ ਹੋ ਗਏ, ਅਸੀਂ ਭਟਕ ਗਏ ਸੰਸਾਰ ਵਿੱਚ, ਜੰਮ ਜੰਮ ਮਰੇ, ਮਰੇ ਫੇਰ ਜੰਮੇ, ਬਹੁਤ ਸਜਾਏ ਭਇਆ ਦੇ ਸਲਮੇ। ਇਹ ਸਾਡੇ ਹਾਲਾਤ ਹੁਣ ਹੋਏ ਆ, ਚੱਲ ਰਹੇ ਆਪਣੇ ਮੌਜੂਦਾ ਹਾਲਾਤਾਂ ਵਿੱਚ ਸਾਡੇ ਨਾਲ ਇਹ ਚੱਲ ਰਿਹਾ ਹੈ। ਇਸੇ ਕਰਕੇ ਮਨੁੱਖਾ ਜਨਮ ਵਿੱਚ ਇਹ ਸਾਨੂੰ ਸਿੱਖਿਆ ਦਿੱਤੀ ਮਹਾਰਾਜ ਨੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਜਾਓ, ਤਰਨਾ ਹੈ ਤੇ ਜੀਵਨ ਨੂੰ ਗੁਰਬਾਣੀ ਮੁਤਾਬਕ, ਗੁਰੂ ਆਸਨ ਮੁਤਾਬਕ ਢਾਲ ਲਓ। ਕਿਉਂਕਿ ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਮਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ। ਕਿੰਨੇ ਕਾਜ ਆ ਦੁਨੀਆ ਤੇ, ਸਾਰੇ ਅਸੀਂ ਕਰਦੇ ਹਾਂ, ਸਭ ਅਸੀਂ ਕਰਦੇ ਹਾਂ, ਪਰ ਜੋ ਕਰਨਾ ਸੀ ਉਹ ਕਦੇ ਕੀਤਾ ਹੀ ਨਹੀਂ। ਮਾਰ ਕੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਹੈ ਇੱਕ ਸਾਡੇ, ਇਹ ਡਿਗਰੀ ਹੈ ਸਿੱਖ ਦੀ। ਨਾਮ ਦਾ ਮਤਲਬ ਇਹ ਨਹੀਂ ਅਸੀਂ 5-7 ਮਿੰਟ, ਅੱਧਾ ਘੰਟਾ, 2 ਘੰਟੇ ਵਾਹਿਗੁਰੂ ਵਾਹਿਗੁਰੂ ਜ਼ੁਬਾਨ ਨਾਲ ਜਪ ਰਹੇ ਨਾਮ ਹੈ। ਇਹ ਤਾਂ ਨਾਮ ਦੀ ਸ਼ੁਰੂਆਤ ਹੈ। ਨਾਮ ਦੀ ਇੱਕ PhD ਹੁੰਦੀ ਹੈ, ਤੇ ਹੁਣ ਤੇ ਕਾਲਜਾਂ ਵਿੱਚ ਵੀ ਕਰਾਉਣ ਲੱਗ ਪਏ ਆ, ਯੂਨੀਵਰਸਿਟੀਆਂ ਵਿੱਚ ਕਰਾਉਣ ਲੱਗ ਪਏ, ਉੱਥੇ ਨਹੀਂ ਹੋਣੀ। ਇਹ ਹੋਣੀ ਸਿਰਫ ਗੁਰੂ ਕੋਲ ਹੀ ਹੈ, ਇਹ ਗੁਰੂ ਕੋਲ ਹੀ ਹੋਣੀ ਹੈ। ਕਿਉਂ? ਮਾਰ ਕਹਿੰਦੇ ਗੁਰਬਿਨ ਕਿਨੇ ਨਾ ਪਾਇਆ, ਗੁਰਬਿਨ ਕਿਨੇ ਨਾ ਪਾਇਆ। ਗੁਰੂ ਤੋਂ ਬਿਨਾਂ ਤਾਂ ਭੁੱਲ ਜੇ ਦੁਨੀਆ, ਨਹੀਂ ਹੋਵੇਗਾ ਕੁਛ। ਇਸ ਕਰਕੇ ਜੇ ਨਾਮ ਹੈ ਨਾ, ਮਾਰ ਕੇ ਨਾਮੇ ਹੀ ਦੇ ਸਭ ਕੁਛ ਹੋ। ਨਾਮ ਉਹ ਚੀਜ਼ ਜਿੱਥੋਂ ਸਭ ਕੁਛ ਹੋਇਆ ਹੈ। ਨਾਮ ਦੀ ਪ੍ਰਾਪਤੀ ਦਾ ਮੁੱਖ ਸਾਧਨ ਹੈ ਗੁਰੂ, ਤੇ ਗੁਰੂ ਤੋਂ ਬਿਨਾਂ ਅਸੀਂ ਨਾਮ ਨਹੀਂ ਪ੍ਰਾਪਤ ਕਰ ਸਕਦੇ। ਜਦੋਂ ਨਾਮ ਪ੍ਰਾਪਤ ਹੋ ਜਾਂਦਾ ਹੈ ਨਾ, ਮਾਰੇ ਕਹਿੰਦੇ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਸਫਲ 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 ਭਈ ਯਾਤਰਾ, ਉਹਦੀ ਯਾਤਰਾ ਸਫਲ ਹੋ ਗਈ। ਨਾਮ ਤੱਕ ਯਾਤਰਾ ਹੈ ਸਾਡੀ। ਮਾਰ ਕੇ ਜਦੋਂ ਤੁਹਾਡੇ ਅੰਦਰ ਨਾਮ ਵਸ ਗਿਆ ਨਾ, ਜਿਨ੍ਹਾਂ ਭਗਤਾਂ ਨੂੰ ਤੁਸੀਂ ਪੜ੍ਹਦੇ ਜੋ, ਜਿਨ੍ਹਾਂ ਨੂੰ ਮੱਥਾ ਟੇਕਦੇ ਜੋ, ਜਿਨ੍ਹਾਂ ਦੀ ਬਾਣੀ ਨਾਲ ਸੁਰਤ ਜੋੜਦੇ ਜੋ, ਜਿਨ੍ਹਾਂ ਦੇ ਦਿਨ ਮਨਾਉਂਦੇ ਜੋ, ਮਾਰੇ ਕਹਿੰਦੇ ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਿਣਿਆ। ਗਿਣੇ ਗਏ ਭਗਤਾਂ। ਭਗਤ ਕੋਈ ਵੱਡੀ ਗੱਲ ਨਹੀਂ ਗੀ, ਥੋੜਾ ਜਿਹਾ ਫਰਕ 19 ਦਾ ਕੀ, ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਵਸਿਆ, ਉਹ ਭਗਤ ਹੈ। ਸਾਡੇ ਅੰਦਰ ਪਰਮਾਤਮਾ ਸੰਸਾਰ ਵਸਿਆ, ਅਸੀਂ ਸੰਸਾਰੀ। ਫਰਕ ਤਾਂ ਇੰਨਾ ਹੀ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਆ ਹਰ ਬਿਸਰਤ ਸਦਾ ਖੁਆਰੀ। ਜੇ ਤੁਸੀਂ ਪਰਮਾਤਮਾ ਨੂੰ ਭੁੱਲ ਜਾਓਗੇ ਤਾਂ ਤੁਹਾਨੂੰ ਇਹ ਖੁਆਰੀ ਸਦਾ ਹੀ ਰਹਿਣੀ। ਕਦੇ ਕਿਸੇ ਜਨਮ ਵਿੱਚ, ਕਦੇ ਕਿਸੇ ਜਨਮ ਵਿੱਚ, ਕਦੇ ਕਿਤੇ, ਇਸ ਜਨਮ ਵਿੱਚ ਵੀ ਖੁਆਰੀ ਰਹੇਗੀ। ਗੁਰਮੁਖ ਮੈਂ ਵਾਰ-ਵਾਰ ਕਹਾਂ ਮੈਨੂੰ ਟਾਈਮ ਦੱਸ ਦਿਓ, ਕਿਉਂਕਿ ਕਈਆਂ ਦਾ ਮਨ ਹੁੰਦਾ ਹੈ ਕਿ ਛੇਤੀ ਬਾਬਾ ਜੀ ਭੋਗ ਪਾਉਣਾ। ਇਸ ਕਰਕੇ ਕੀ ਹੈ, ਹਰ ਬਿਸਰਤ ਸਦਾ ਖੁਆਰੀ। ਜੇ ਪ੍ਰਮਾਤਮਾ ਨੂੰ ਭੁੱਲ ਗਏ ਆ, ਸਾਡੀ ਖੁਆਰੀ ਹੈ। ਇਹ ਖੁਆਰੀ ਸਾਡੀ ਖਤਮ ਨਹੀਂ ਹੋਣੀ। ਕਦੋਂ ਤੱਕ? ਜਦੋਂ ਤੱਕ ਉਹ ਵਿਛੜਿਆ ਹੋਇਆ, ਭੁੱਲਿਆ ਹੋਇਆ ਸਾਨੂੰ ਯਾਦ ਨਹੀਂ ਹੁੰਦਾ। ਜਿਹਨੂੰ ਅਸੀਂ ਪਿੱਠ ਦੇ ਕੇ ਆ ਗਏ ਨਾ ਸੰਸਾਰ ਵਿੱਚ, ਤੇ ਦੁਖੀ ਹੋ ਗਏ। ਹੁਣ ਸਨਮੁਖ ਹੋ ਜਾਓ ਉਹਦੇ ਮਾਰੇ ਵੀ, ਸਨਮੁਖ ਹੋ ਕੇ ਚੱਲ ਪਾਓ, ਬਸ ਖੁਆਰੀ ਖਤਮ। ਹੁਣ ਖੁਆਰੀ ਵਿੱਚ ਤਾਂ ਸਭ ਕੁਛ ਆ ਜਾਂਦਾ ਨਾ, ਦੁੱਖ, ਮੁਸ਼ਕਲਾਂ, ਚਿੰਤਾ, ਰੋਗ, ਸੋਗ, ਇਹ ਸਭ ਕੁਛ ਵਿੱਚ ਆ ਜਾਂਦਾ। ਹਰ ਬਿਸਰਤ ਸਦਾ ਖੁਆਰੀ। ਵਾਹਿਗੁਰੂ ਭੁੱਲ ਗਿਆ ਤਾਂ ਜੀ ਮਾਰੇ ਕਹਿੰਦੇ ਖੱਜਲ ਖੁਆਰ ਹੋ ਗਿਆ। ਭਾਵੇਂ ਅੱਜ ਸਾਇੰਸ ਦਾ ਯੁੱਗ ਹੈ, ਟੈਕਨੋਲੋਜੀ ਦਾ ਯੁੱਗ ਹੈ, ਭਾਵੇਂ ਜਾਪਾਨ ਵਰਗੇ ਦੇਸ਼ਾਂ ਨੇ ਬਹੁਤ ਤਰੱਕੀ ਕਰ ਲਈ। ਜਾਪਾਨ ਸਾਰੇ ਵਰਲਡ ਵਿੱਚੋਂ ਕਮ ਸੇ ਕਮ 30% ਇਸ ਵਕਤ ਐਡਵਾਂਸ ਜਾ ਰਿਹਾ। ਕਿਉਂ? ਕਿਉਂਕਿ ਉਹਨਾਂ ਨੇ ਬਹੁਤ ਦਿਮਾਗ ਲੜਾਇਆ।
ਉੱਥੇ ਪਾਰਸੀ ਧਰਮ ਬਹੁਤ ਜ਼ਿਆਦਾ ਹੈ। ਉਹਨਾਂ ਨੇ ਇੰਨੀ ਤਰੱਕੀ ਕਰ ਲਈ ਹੈ, ਇੰਨੀ ਤਰੱਕੀ ਕਰ ਲਈ ਹੈ ਕਿ ਹਰ ਸਹੂਲਤ ਸਭ ਆਨਲਾਈਨ ਚੱਲ ਰਿਹਾ ਹੈ। ਉਹਨਾਂ ਨੂੰ ਹੁਣ ਪੈਸਾ ਜੇਬ 'ਚ ਪਾਉਣ ਦੀ ਲੋੜ ਨਹੀਂ ਹੈ, ਕਾਰਡ ਹੀ ਚੱਲਦੇ ਹੈ, ਪੰਚੀ ਚੱਲਦੇ ਹੈ। ਆਪਾਂ ਨੂੰ ਜੇ ਭਰਨੇ ਪੈਂਦੇ ਆ, ਉਹਨਾਂ ਨੂੰ ਭਰਨੇ ਪੈਂਦੇ। ਕਿੰਨੀ ਤਰੱਕੀ ਹੈ। ਪਰ ਪੁੱਛੋ ਕਦੇ ਉਹਨਾਂ ਨੂੰ ਕਿ ਤੁਹਾਡੇ ਅੰਦਰ ਸੁੱਖ ਹੈ, ਆਨੰਦ ਹੈ, ਸ਼ਾਂਤੀ ਹੈ ਤੁਹਾਡੇ ਕੋਲ? ਇਹ ਤਾਂ ਖਜ਼ਾਨਾ ਸੀ ਮੂਲ, ਇਹ ਤਾਂ ਗਵਾ ਲਿਆ। ਮਾਰ ਕਹਿੰਦੇ ਬਾਹਰ ਢੂੰਡ ਤੇ ਬਹੁਤ ਦੁੱਖ ਪਾਵੇ, ਬਹੁਤ ਦੁੱਖ ਪਾਉਂਦੇ ਲੋਕ, ਬਹੁਤ ਦੁੱਖ ਪਾਉਂਦੇ। ਕਿਉਂ? ਘਰ ਅੰਮ੍ਰਿਤ ਘਟ ਮਾਹੇ ਜੀਓ, ਉਹਦੇ ਅੰਦਰ ਸਭ ਕੁਛ, ਉਹ ਅੰਦਰ ਸਭ ਕੁਛ। ਸਾਇੰਸ ਬਾਹਰ ਲੱਭਦੀ ਹੈ ਸੁੱਖ, ਆਨੰਦ, ਸ਼ਾਂਤੀ, ਪਰ ਗੁਰੂ ਦੀ ਸਾਇੰਸ ਕਹਿੰਦੀ ਨਹੀਂ, ਉਹ ਅੰਦਰ ਹੈ। ਸੁੱਖ ਸਹੂਲਤਾਂ ਬਾਹਰ ਹੈਗੀਆਂ ਨੇ, ਲੱਖਾਂ ਨੇ, ਬਹੁਤ ਸਹੂਲਤਾਂ ਹੈ। ਹਿੰਦੁਸਤਾਨ ਵਿੱਚ ਬੜੀਆਂ ਆ ਗਈਆਂ। ਪਹਿਲਾਂ ਲੋਕ ਪੈਦਲ ਚੱਲਦੇ ਸੀ, ਲੱਖਾਂ ਕਰੋੜਾਂ ਅਰਬਾਂ ਸਾਲ ਪਹਿਲਾਂ, ਹਜ਼ਾਰਾਂ ਸਾਲ ਪਹਿਲਾਂ। ਫਿਰ ਸਾਈਕਲ ਆਏ, ਗੱਡੇ ਆਏ, ਹੌਲੀ ਹੌਲੀ ਕਾਰਾਂ ਆ ਗਈਆਂ, ਮੋਟਰਸਾਈਕਲ, ਹੁਣ ਜਹਾਜ਼ ਆ ਗਏ, ਹੁਣ ਬੜਾ ਕੁਛ ਆ ਅੱਗੇ, ਬਹੁਤ ਆ ਜਾਏਗਾ। ਸਹੂਲਤਾਂ ਤਾਂ ਮਿਲ ਗਈਆਂ, ਪਰ ਉਹ ਸੁੱਖ, ਚੈਨ, ਆਨੰਦ ਸਾਡਾ ਖੋ ਗਿਆ ਹੈ। ਜਿਹਨੇ ਸੰਤ ਸੰਗੀ ਮਸਕੀਨ ਕਹਿੰਦੇ ਹੁੰਦੇ ਸੀ, ਜਿੰਨਾ ਲੋਕ ਪਹਿਲਾਂ ਕੁਝ % ਅੰਤਰਮੁਖੀ ਹੁੰਦੇ ਸੀ, ਉਹਨਾਂ ਹੁਣ ਨਹੀਂ ਰਹੇ। ਕਹਿੰਦੇ ਭਾਵ ਪਹਿਲਾਂ ਨਾਲੋਂ ਹੁਣ ਲੋਕ ਜ਼ਿਆਦਾ ਭਟਕ ਗਏ ਬਾਹਰ, ਬਹੁਤ ਜ਼ਿਆਦਾ ਭਟਕ ਗਏ। ਹਰ ਬਿਸਰਤ ਸਦਾ ਖੁਆਰੀ, ਵਾਹਿਗੁਰੂ ਨੂੰ ਭੁੱਲ ਗਿਆ ਤਾਂ ਸਦਾ ਖੁਆਰੀ ਰਹਿੰਦੀ ਹੈ। ਮਾਰ ਕਹਿੰਦੇ ਏਕ ਹੀ ਕੋ ਤੂੰ ਆਇਆ, ਕਿੱਡਾ ਵੱਡੇ ਵਜਨ ਹੈ। ਅਸੀਂ ਕੀ ਕੁਛ ਕਰੀ ਫਿਰਦੇ। ਕੋਈ ਕਹਿੰਦਾ ਮੈਂ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਸਾਇੰਟਿਸਟ ਬਣਨਾ, ਪਾਇਲਟ ਬਣਨਾ, ਪਤਾ ਨਹੀਂ ਕਿੰਨਾ ਕੁਛ ਗਿਣਾ ਜਾਂਦਾ। ਉਹ ਕੋਈ ਕਹਿੰਦਾ ਮੈਂ ਕੈਨੇਡਾ ਸੈਟਲ ਹੋਣਾ। ਕਿੰਨਾ ਚਿਰ ਵਾਸਤੇ? ਕਿੰਨਾ ਚਿਰ ਵਾਸਤੇ ਕੈਨੇਡਾ ਸੈਟਲ ਹੋਣਾ ਹੈ। ਕੱਲ ਮੇਰਾ ਦੋਸਤ ਗਿਆ, ਕਥਾ ਵੱਜ ਗਿਆ, ਅੱਜ ਫੋਨ ਆਇਆ ਸੀ ਉਹਦਾ, ਦੱਸ ਕੇ ਨਹੀਂ ਗਿਆ, ਚੁੱਪ ਕੇ ਚਲੇ ਗਏ। ਹੁਣ ਫੋਨ ਆਇਆ ਸੀ ਵਿੱਚ, ਕਹਿੰਦੇ ਜੀ ਗੁਰੂ ਮਹਾਰਾਜ ਕਿਰਪਾ ਕਰਦੀ। ਮੈਂ ਕਿਹਾ ਜੀ ਕਿਰਪਾ ਤਾਂ ਉਦੋਂ ਹੋਊ ਜਦੋਂ ਸੱਚਖੰਡ ਪੱਕੇ ਹੋਵਾਂਗੇ। ਉੱਥੇ ਪੱਕੇ ਕੀ ਹੋ ਕੇ ਕਰੋਗੇ? ਠੀਕ ਹੈ, ਜਾਣਾ ਚਾਹੀਦਾ, ਘੁੰਮੋ ਫਿਰੋ, ਵਧੀਆ ਹੈ, ਐਡਵਾਂਸ ਆਪਣੇ ਦੇਸ਼ ਨਾਲ ਬਹੁਤ। ਪਰ ਕਿੰਨਾ ਤੱਕ ਅਸੀਂ ਪੱਕਾ ਰਵਾਂਗੇ, ਉੱਥੇ ਵੀ ਗੱਲ ਸੋਚੀਏ ਨਾ। ਜਦੋਂ ਤੱਕ ਤਾਂ ਸਰੀਰ ਚੱਲਦਾ ਹੈ, ਉਦੋਂ ਤੱਕ ਅਸੀਂ ਹਾਂ PR। ਪਰ ਫਿਰ PR ਕਿੱਥੇ ਚਲੇ ਜਾਂਦੀ? ਫਿਰ ਜੇ ਜਮਦੂਤ ਆਉਂਦੇ, ਉਹ PR ਸਾਰੀ ਪਾੜ ਦਿੰਦੇ ਆ ਨਾ, ਉਹ ਕਾਰਡ ਖਤਮ ਕਰ ਦਿੰਦੇ। ਕਿਤੇ ਬਸ ਤੇਰੀ PR ਖਤਮ, ਧਰਤੀ ਦੀ ਖਤਮ, ਅਮਰੀਕਾ ਛੱਡ, ਤੇਰੀ ਧਰਤੀ ਦੀ PR ਖਤਮ। PR ਲੈਣੀ ਸੀ ਤੇ ਕਿੱਥੋਂ ਦੀ ਲੈਣੀ ਸੀ? ਸੱਚਖੰਡ ਦੀ ਲੈਣੀ ਸੀ, ਸੱਚਖੰਡ ਦੀ PR ਲੈਣੀ ਸੀ। ਉਹ PR ਅਜੇ ਸਮਝ ਨਹੀਂ ਲੋਕਾਂ ਨੂੰ। ਅਜੇ ਕਮ ਸੇ ਕਮ ਲੱਗਦਾ 50 ਸਾਲ ਅਜੇ ਉਸ PR ਬਾਰੇ ਨਹੀਂ ਸੋਚਾਂਗੇ ਅਸੀਂ। ਅਜੇ ਤਾਂ ਨਿੱਕੀ ਨਿੱਕੀਆਂ PRਾਂ ਸਾਨੂੰ ਤੰਗ ਕਰਦੀਆਂ। ਗਵਾਂਢੀ ਚਲੇ ਗਏ, ਬਸ ਜਾਣਾ ਹੈ। ਕਦੇ ਅਸੀਂ ਇੱਦਾਂ ਨਹੀਂ ਆਖਿਆ ਕਿ ਗਵਾਂਢੀ ਨੇ ਅੰਮ੍ਰਿਤ ਛਕ ਲਿਆ ਮੈਂ ਵੀ ਛਕਣਾ। ਦੇਖੋ ਕਿੱਦਾਂ ਦੀ ਹੌੜ ਹੈ। ਗਵਾਂਢੀ ਅੰਮ੍ਰਿਤ ਵੇਲੇ ਉੱਠਦਾ, 2 ਵਜੇ ਉੱਠਦਾ, ਬਾਣੀ ਪੜ੍ਹਦਾ, ਨਾਮ ਜਪਦਾ, ਉਧਰ ਨਹੀਂ ਹੈਗਾ ਵੀ ਉਹ ਤਰੱਕੀ ਕਰਦੇ। ਉਹ PR ਲੈਣ ਵਾਸਤੇ ਭੱਜਿਆ ਫਿਰਦਾ, ਅਸਲੀ PR। ਚਲੋ ਵਿਚਾਰ ਮਾਰੇ ਕਹਿੰਦੇ ਜੋ ਮਰਜ਼ੀ ਬਣ ਜਾਓ, ਪਰ ਹਰ ਬਿਸਰਤ ਸਦਾ ਖੁਆਰੀ, ਸਦਾ ਖੁਆਰੀ ਹੈ। ਫਿਰ ਕੀ ਕਰੀਏ ਮਹਾਰਾਜ? ਮਾਰੇ ਕਹਿੰਦੇ ਤਾ ਕਉ ਧੋਖਾ ਕਹਾਂ ਵਿਆਪੈ, ਜਾ ਕਉ ਓਟ ਤੁਹਾਰੀ। ਕਹਿੰਦੇ ਉਹਨੂੰ ਧੋਖਾ ਕਿੱਥੇ ਵਿਆਪਦਾ ਹੈ? ਉਹਦਾ ਧੋਖਾ ਕਿੱਥੇ ਹੁੰਦਾ? ਉਹਦੇ ਨਾਲ ਕਿਹਦੇ ਨਾਲ? ਜਿਹਨੇ ਓਟ ਹੀ ਪ੍ਰਮਾਤਮਾ ਤੁਹਾਡੀ ਫੜ ਲਈ ਹੈ। ਇਹ ਸਤਿਗੁਰੂ ਜੀ ਨੇ ਓਟ ਹੀ ਤੁਹਾਡੀ ਫੜ ਲਈ ਆ, ਉਹਨੂੰ ਧੋਖਾ ਕੌਣ ਦੇ ਸਕਦਾ ਹੈ? ਉਹਨੂੰ ਧੋਖਾ ਹੋ ਕਿੱਥੇ ਸਕਦਾ ਹੈ? ਸੱਚ ਜਾਣਿਓ, ਜਿਸ ਦਿਨ ਇੱਕ ਓਟ ਫੜ ਲਈ ਨਹੀਂ, ਮਾਰ ਕਹਿੰਦੇ ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ, ਸਭ ਕੁਝ ਮਿਲ ਜਾਂਦਾ ਹੈ, ਸਭ ਪ੍ਰਾਪਤ ਹੋ ਜਾਂਦਾ ਹੈ। ਜਿਸ ਦਿਨ ਇੱਕ ਹੱਥ ਵਿੱਚ ਆ ਗਿਆ ਨਾ, ਬਾਕੀ ਸਾਰੇ ਸਾਡੇ ਆਪਣੇ ਨਾਲ ਮਿਲ ਜਾਂਦੇ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ
सब बात। तुसी जिन्ना मर्जी कहो फलाने ने मैं अपना बनाना, फलाना नहीं बनना किसी ने, एक नू बना लो अपना, सारी दुनिया मारे कहते तेरी हो जाएगी, सारा संसार ही तेरा हो जाएगा। फरीदा जे तू मेरा हो रहे सब जग तेरा होए। कितना वधिया कमाल का बचन है। ਇਹੋ ਜੀ ਸਾਨੂੰ ਕੋਈ ਸਿੱਖਿਆ ਮਿਲਣੀ ਬਾਹਰੋਂ ਕਿਤੋਂ। ਇੱਕ ਦੇ ਹੋ ਜਾਓ ਸਾਰੇ ਤੇਰੇ ਹੋ ਜਾਣਗੇ, ਇੱਕ ਮਿਲ ਜਾ ਸਭ ਕੁਝ ਹੀ ਮਿਲ ਜਾਂਦਾ ਹੈ। ਇੱਕ ਦੇ ਬਣ ਜਾਈਏ ਨਾ ਸਾਰੇ ਵੈਰੀ ਵੀ ਸਾਡੇ ਮਿੱਤਰ ਬਣ ਜਾਂਦੇ। ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕਾ ਓਟ ਤੁਹਾਡੀ। ਜਿਨ੍ਹਾਂ ਨੇ ਓਟ ਫੜਨੇ ਸਤਿਗੁਰੂ ਜੀ ਤੁਹਾਡੀ, ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੋਖਾ ਖਤਮ ਉਹਦੀ ਜੀਵਨ ਵਿੱਚ। ਧੋਖਾ ਕੋਈ ਕਰੂਗਾ ਵੀ ਤੇ ਕਰੂਗਾ ਕੀ? ਜਿਹੜਾ ਉਸ ਸਿੱਖ ਨਾਲ, ਗੁਰਮੁਖ ਨਾਲ, ਰੱਬ ਦੇ ਪਿਆਰ ਧੋਖਾ ਕਰਦਾ ਵੀ ਹੈ ਨਾ, ਉਹਦਾ ਵਿਗੜਦਾ ਕੁਛ ਨਹੀਂ ਹੈ। ਪਰ ਜਿਹੜਾ ਕਰਦਾ ਹੈ ਨਾ, ਉਹਦੇ ਹਾਲਾਤ ਬੜੇ ਮੰਦੇ ਹੁੰਦੇ ਆ। ਕਿਉਂ? ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਉਹ ਰੱਖਿਆ ਕਵਚ ਬਣ ਜਾਂਦਾ ਉਹਦਾ। ਸੁਣਿਆ ਤੁਸੀਂ ਰੱਖਿਆ ਕਵਚ? ਜਿਹਦਾ ਸੰਜੋਗ ਪਹਿਨਦੇ ਸੀ ਨਾ ਪੁਰਾਣੇ ਸਮੇਂ ਵਿੱਚ, ਜਦੋਂ ਜੰਗ ਯੁੱਧ ਹੁੰਦੇ ਸੀ, ਲੋਹੇ ਦੀ ਸੰਜੋਗ। ਇੱਦਾਂ ਰੱਖਿਆ ਕਵਚ ਹੈ ਗੁਰਬਾਣੀ, ਸ਼ਬਦ ਹੈ ਰੱਖਿਆ ਕਵਚ। ਜਿਨ੍ਹਾਂ ਨੇ ਸ਼ਬਦ ਦਾ ਕਵਚ ਪਹਿਨ ਲਿਆ ਨਾ ਹਿਰਦੇ ਵਿੱਚ, ਜ਼ੁਬਾਨ ਤੇ ਰੱਖ ਲਿਆ, ਸੱਚ ਜਾਣਿਓ ਉਹ ਹਰ ਜਗ੍ਹਾ ਹੀ ਪਰਮੇਸ਼ਰ ਸਾਥ ਰਹਿੰਦਾ ਹੈ। ਤੁਸੀਂ ਨਿੱਕੇ ਨਿੱਕੇ ਮੁਸ਼ਕਲਾਂ ਡਰ ਜਾਂਦੇ ਨਾ ਕਿ ਮੇਰਾ ਆਹ ਫਲਾਣਾ ਨੁਕਸਾਨ ਹੋ ਗਿਆ, ਮੇਰਾ ਢਿੰਕੜਾ ਹੋ ਗਿਆ, ਮੇਰਾ ਫਲਾਣਾ ਕੰਮ ਨਹੀਂ ਬਣਦਾ। ਤੁਸੀਂ ਸ਼ਬਦ ਦੀ ਓਟ ਲੈ ਲਓ, ਪੰਡਤਾਂ ਨੂੰ ਛੱਡ ਦਿਓ, ਜੋਤਸ਼ੀਆਂ ਨੂੰ ਛੱਡ ਦਿਓ, ਆਹ ਨਕਲੀ ਬਾਬਿਆਂ ਨੂੰ ਛੱਡ ਦਿਓ। ਬੜੇ ਬਣ ਗਏ ਬਾਬੇ ਜਿਹਨਾਂ ਤੁਸੀਂ ਬਚਨ ਲੈ ਜਾਂਦੇ, ਪੱਲੇ ਕੱਖ ਨਹੀਂ ਉਹਨਾਂ ਦੇ। ਜਿਹੜੇ ਉਹ ਬਾਬੇ ਆ ਜਿਹੜੇ ਗੁਰੂ ਨਾਨਕ ਦੇਵ ਬਣਾਉਂਦਾ, ਉਹ ਲੱਭਣੇ ਬੜੇ ਔਖੇ। ਉਹ ਘਰਾਂ ਵਿੱਚ ਹੀ ਮਿਲ ਸਕਦਾ ਉਹਨੂੰ। ਜਿਵੇਂ ਨੇ ਉਹਨੇ ਡੇਰਾ ਹੀ ਬਣਾਇਆ ਹੋਵੇ ਤੇ 15 20 50 ਚੇਲੇ ਰੱਖੇ ਹੋਣ, ਗੱਡੀ ਆ ਵੱਡੀ ਵਧੀਆ ਗੱਡੀ ਰੱਖੀ ਹੋਈ, ਸਭ ਤੋਂ ਵੱਡਾ ਡੇਰਾ ਵੱਡਾ ਸੰਤ, ਛੋਟਾ ਡੇਰਾ ਛੋਟਾ ਸੰਤ। ਇਹ ਭੁੱਲ ਜਾਓ ਯਾਰ, ਤੁਸੀਂ ਕਿਉਂ ਆਪਣਾ ਜ਼ਿੰਦਗੀ ਬਰਬਾਦ ਕਰਦੇ ਜੋ? ਬਥੇਰੇ ਧੋਖੇ ਸਹਿਲੇ ਆ। ਅਸਲੀ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਨਾਲ ਤਾਂ ਜੁੜ ਜਾਓ ਕਦੇ। ਸ਼ਬਦ ਦੀ ਕੰਧ ਆਪਣੇ ਆਲੇ ਦੁਆਲੇ ਕਰ ਲਓ, ਤੁਹਾਡੇ ਜ਼ਿੰਦਗੀ ਦੇ ਸਾਰੇ ਕਾਜ ਰਾਸ ਹੋ ਜਾਣ। ਵਾਅਦਾ ਹੈ ਮੇਰੇ ਵੱਲੋਂ ਵੀ, ਜਾਓ ਮੇਰੇ ਹਜ਼ਾਰਾਂ ਕਾਜ ਰਾਸ ਹੋਏ। ਕੀ ਦੱਸੇ ਤੁਹਾਨੂੰ? ਸ਼ਬਦ ਦੀ ਇੱਕ ਓਟ ਹੈ ਨਾ ਜਿਹੜੀ, ਇਸ ਤੋਂ ਵੱਡੀ ਓਟ ਕੋਈ ਹੈ ਹੀ ਨਹੀਂ। ਭਟਕੋ ਨਾ ਗੁਰਮੁਖੋ। ਸਾਡੇ ਤੋਂ ਉਹ ਚੀਜ਼ ਸੀ ਜਿਹੜੀ ਸਾਰੀ ਧਰਤੀ ਤੇ ਨਹੀਂ ਹੈਗੀ। ਧਰਤੀ ਛੱਡੋ, ਸਾਰੇ ਬ੍ਰਹਿਮੰਡ ਵਿੱਚ ਨਹੀਂ ਜੋ ਹੈਗੀ। ਸਤਿਗੁਰੂ ਨਾਨਕ ਦੇਵ ਜੀ ਨੇ ਕਰੋੜਾਂ ਕਰੋੜਾਂ ਯੋਜਨ ਜਿੰਨੀ ਬ੍ਰਹਿਮੰਡ ਦੀ ਸੈਰ ਕੀਤੀ ਹੈ, ਸਭ ਜਗ੍ਹਾ ਜਾਸੀ ਗੁਰੂ ਨਾਨਕ ਦੇਵ ਦਾ ਹੁੰਦਾ ਰਿਹਾ ਹੈ। ਉਹ ਨਾਨਕ ਕਿੱਥੇ ਹੈ ਜਿਹਨੂੰ ਮੈਂ ਗੁਰੂ ਕਹਿਣਾ ਹੈ? ਉਹ ਇੱਥੇ ਹੈ ਇਸ ਵਕਤ ਗੁਰੂ ਗ੍ਰੰਥ ਸਾਹਿਬ ਵਿੱਚ। ਜੇ ਦੱਸੋ ਵੀ ਉਹ ਕਰੋੜਾਂ ਯੋਜਨ ਕਿਸੇ ਵੀ ਧਰਤੀ ਤੇ ਪਲਾਟ ਚਲੇ ਜਾਂਦੇ ਸੀ, ਉੱਥੇ ਵੀ ਸਤਿਗੁਰੂ ਨਾਨਕ ਦੇਵ ਦੇ ਚਰਨਾਂ ਵਿੱਚ ਪੈਂਦੇ ਸੀ। ਲੋਕ ਕਹਿੰਦੇ ਮਹਾਰਾਜ ਤੁਸੀਂ ਆਏ ਜੋ। ਇਸ ਕਰਕੇ ਮਹਾਰਾਜ ਕਹਿੰਦੇ ਆ, ਤਾ ਕੋ ਧੋਖਾ ਕਹਾ ਵਿਆਪੈ ਜਾ ਕੋ ਓਟ ਤੁਹਾਰੀ। ਜਿਨ੍ਹਾਂ ਨੇ ਵਾਹਿਗੁਰੂ ਤੁਹਾਡੀ ਓਟ ਰੱਖ ਲਈ ਹੈ, ਉਹਨਾਂ ਨੂੰ ਧੋਖਾ ਕਿੱਥੇ ਵਿਆਪਦਾ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਕਹਿੰਦਾ ਜਿਹੜਾ ਸਿਮਰਨ ਤੋਂ ਬਿਨਾਂ ਜੀਵਨ ਸਾਡਾ ਚੱਲ ਰਿਹਾ ਹੈ ਨਾ, ਇਹ ਇੱਦਾਂ ਜਿੱਦਾਂ ਸੱਪ ਦੀ ਆਰਜਾ ਚੱਲ ਰਹੀ ਹੈ, ਅੰਦਰ ਜ਼ਹਿਰ ਭਰਿਆ ਹੈ, ਆਪਣੇ ਜ਼ਹਿਰ ਨਾਲ ਹੀ ਮਰ ਰਹੇ ਅਸੀਂ। ਹਉਮੈ ਦਾ ਜ਼ਹਿਰ, ਕ੍ਰੋਧ ਦਾ, ਮੋਹ ਦਾ, ਲੋਭ ਦਾ, ਹੰਕਾਰ ਦਾ, ਕਾਮ ਦਾ, ਇੰਨੇ ਜ਼ਹਿਰ ਸਾਡੇ ਅੰਦਰ ਇਕੱਠੇ ਪਏ ਹੋਏ ਹੈ। ਸੱਪ ਵੀ ਜ਼ਹਿਰ ਰੱਖਦਾ, ਅਸੀਂ ਵੀ ਜ਼ਹਿਰ ਇਕੱਠੀ ਕੀਤੀ ਹੈ। ਸਿਮਰਨ ਤੋਂ ਬਿਨਾਂ ਹੀ ਹਾਲ ਹੋਣਗੇ। ਮਹਾਰਾਜ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ। 9 ਖੰਡ ਪ੍ਰਿਥਵੀ ਦਾ ਵੀ ਰਾਜ ਮਿਲ ਜਾਏ, ਮਾਰੇ ਕੇ ਅੰਤ ਨੂੰ ਹਾਰ ਕੇ ਜਾਊਗਾ। ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਤਾਰੀ। ਪਰ ਮਾਰੇ ਕਹਿੰਦੇ ਨੇ ਗੁਣ ਨਿਧਾਨ ਗੁਣ ਤਿਨਹੀ ਗਾਏ। ਕਹਿੰਦੇ ਗੁਣਾਂ ਦਾ ਖਜ਼ਾਨਾ ਜੋ ਪਰਮੇਸ਼ਰ ਦੇ ਗੁਣ ਹੈ, ਉਹਨੇ ਹੀ ਗਾਇਆ ਹੈ ਜਾ ਕੋ ਕਿਰਪਾ ਧਾਰੀ। ਜਿਨ੍ਹਾਂ ਦੇ ਪ੍ਰਮਾਤਮਾ ਨੇ ਕਿਰਪਾ ਧਾਰਤੀ, ਉਹ ਗੁਣ ਗਾਉਣ ਲੱਗ ਪਏ ਪਰਮਾਤਮਾ ਦੇ। ਫਿਰ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬੰਦਿਹਾਰੀ। ਕਹਿੰਦੇ ਉਹ ਸੁਖੀਆ ਹੈ ਸੰਸਾਰ ਵਿੱਚ